ਤੇ ਪਹੁੰਚੇ ਹੋ ਨਵਰੀਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਤੇ, ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਕੀ ਚਾਹੁੰਦੇ, ਬੜੀ ਦੁੱਖ ਦੀ ਗੱਲ ਏ, ਐਡੀ ਵੱਡੀ ਸ਼ਹਾਦਤ ਹੋਈ, ਮਤਲਬ ਪੁਲਿਸ ਦੀ ਗੋਲੀ ਨਾਲ ਮਰਿਆ ਸੀ ਵਿਚਾਰਾ। ਤੇ ਆ ਦੂਸਰੀ ਬਰਸੀ, ਅੱਜ ਪਹਿਲੀ ਬਰਸੀ ਤੇ ਵੀ ਸੀ ਆਏ ਸਾਂ, ਦੂਜੀ ਤੇ ਅੱਜ ਵੇਖੋ ਕੋਈ ਐਡੇ ਵੱਡੇ ਕਿਸਾਨ ਲੀਡਰ ਸਨ ਜਿਹੜੇ ਏਡੇ ਭਾਸ਼ਣ ਦੇ ਕੇ ਉੱਥੇ ਸਾਦੇ ਸਨ ਸਾਰਿਆਂ ਨੂੰ। ਅੱਜ ਕੋਈ ਇੱਥੇ ਦਿਸਦਾ ਤੁਹਾਨੂੰ ਕੋਈ ਵੱਡਾ ਕਿਸਾਨ ਲੀਡਰ? ਅੱਜ ਉਹੀ ਮੈਂ ਬਾਰ-ਬਾਰ ਗੱਲ ਕਰ ਰਿਹਾ ਸਾਂ, ਸਵਾਲ ਕਰ ਰਿਹਾ ਸਾਂ, ਪਰ ਕੁਝ ਵੀਰ ਮੇਰੇ ਨਾਲ ਸਹਿਮਤ ਨਹੀਂ ਗੇ। ਉਹ ਕਹਿੰਦੇ ਨੇ ਵੀ ਹੁਣ ਤਿਕੋਣੀਆਂ ਦੇ, ਮੈਂ ਇਸ ਕਰਕੇ ਵੀ ਤੁਹਾਡਾ ਪਹਿਲੋਂ ਫਿਰ ਗੱਲਬਾਤ ਆਪਾਂ ਲੰਮੀ ਹੋ ਸਕਦਾ ਹੋ ਜਾਏ, ਆਪਣੀ ਗੱਲ ਪੁੱਛਣਾ ਚਾਹੁੰਦਾ ਵੀ ਜਿਹੜੀ ਤਿਕੋਣੀਆਂ ਦੇ ਵਿੱਚ ਜਿਹੜੀ ਕਾਲ ਦਿੱਤੀ ਗਈ ਸੀ, ਠੀਕ ਹੈ ਜੀ, ਕਾਲ ਸੱਦਾ ਦਿੱਤਾ ਗਿਆ ਸੀ, ਉਹ ਕਿਹਦੇ ਵੱਲੋਂ ਦਿੱਤਾ ਗਿਆ ਸੀ? ਉਹ ਸੰਯੁਕਤ ਮੋਰਚੇ ਵੱਲੋਂ ਦਿੱਤਾ ਗਿਆ ਸੀ ਜਾਂ ਜਸਵੀਰ ਸਿੰਘ ਵਿਰਕ ਵੱਲੋਂ ਦਿੱਤਾ ਗਿਆ ਸੀ ਜਾਂ ਤੇਜਿੰਦਰ ਸਿੰਘ ਵੱਲੋਂ ਦਿੱਤਾ ਗਿਆ ਸੀ? ਨਹੀਂ, ਸਾਨੂੰ ਇਹ ਨਹੀਂ ਪਤਾ ਕਿਹਨੇ ਸੱਦਾ ਦਿੱਤਾ। ਸਾਨੂੰ ਜਸਵੀਰ ਸਿੰਘ ਵਿਰਕ ਨੇ ਦਿੱਤਾ ਸੀ। ਦਾ ਫੋਨ ਆਇਆ ਸੀ, ਕਿਹਦਾ? ਤੇਜਿੰਦਰ ਸਿੰਘ ਵਿਰਕ ਦਾ, ਅੱਛਾ ਜੀ। ਵੀ ਤੁਸੀਂ ਸਾਡੇ ਨਾਲ ਚੱਲਣਾ ਹੈ ਉੱਥੇ ਤਿਕੋਣੀਆਂ। ਅੱਛਾ ਅੱਛਾ। ਤੇ ਅਸੀਂ ਉਹਨਾਂ ਦੇ ਫੋਨ ਤੇ ਉਹਨਾਂ ਦੇ ਨਾਲ ਗਏ ਸਾਂ। ਤੇਜਿੰਦਰ ਸਿੰਘ ਵਿਰਕ ਦੇ? ਹਾਂਜੀ 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 ਹਾਂਜੀ, ਸੰਯੁਕਤ ਮੋਰਚੇ ਦੀ ਕੋਲ ਸੀ, ਸਾਨੂੰ ਲੈ ਕੇ ਹੀ ਗਏ ਸਨ, ਫੋਨ ਉਹਨਾਂ ਹੀ ਕੀਤਾ ਸੀ। ਕੁਝ ਗੱਲਾਂ ਇਹ ਨਿਕਲ ਕੇ ਆ ਰਹੀਆਂ ਵੀ ਜਿਵੇਂ ਉਹ ਕਾਲ, ਇਹ ਸੁਣ ਚ ਆ ਰਿਹਾ, ਕੁਝ ਵੀਰ ਕਹਿ ਰਹੇ ਨੇ ਵੀ ਉਹ ਜਸਵੀਰ ਸਿੰਘ ਵਿਰਕ ਦੀ ਕਾਲ ਸੀ ਅਸਲ 'ਚ, ਤੇ ਤੇਜਿੰਦਰ ਸਿੰਘ ਵਿਰਕ ਦੀ ਜਾਂ ਸੰਯੁਕਤ ਮੋਰਚੇ ਦੀ ਕਾਲ ਨਹੀਂ ਸੀ। ਨਹੀਂ, ਇਸ ਗੱਲ ਦਾ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਐਡੇ ਵੱਡੇ ਰਾਜਨੀਤਿਕ ਬੰਦੇ ਕੋਈ ਨਹੀਂ, ਸਿੰਪਲ ਜਿਹੇ ਕਿਸਾਨ ਆ ਇੱਕ ਸਾਨੂੰ। ਤੇ ਜਿਵੇਂ ਕਿਸੇ ਨੇ ਆਖਿਆ ਵੀ ਚਲੋ ਅੱਜ ਉੱਥੇ ਧਰਨਾ ਲਾਣਾ, ਚਲੋ ਸੰਗਤ ਚਲੋ, ਅਸੀਂ ਸੰਗਤ ਦੇ ਰੂਪ 'ਚ ਅਸੀਂ ਤੁਰ ਪਏ। ਤੇ ਸਾਨੂੰ ਤੇਜਿੰਦਰ ਵੀਰ ਜੀ ਨੇ ਆਖਿਆ ਵੀ ਹਾਂ ਵੀ ਉੱਥੇ ਚੱਲਣਾ, ਉੱਥੇ ਪ੍ਰੋਗਰਾਮ ਹੈ, ਤੇ ਚਲੋ ਅਸੀਂ ਨਾਲ ਤੁਰ ਪਏ। ਹੁਣ ਸਾਨੂੰ ਇਹ ਤਾਂ ਪਤਾ ਨਹੀਂ ਨਾ। ਅੱਜ ਇੱਥੇ ਬਰਸੀ ਮਨਾਈ ਜਾ ਰਹੀ ਹੈ, ਪਰ ਤੇਜਿੰਦਰ ਸਿੰਘ ਵਿਰਕ ਜਾਂ ਹੋਰ ਵੀ ਕਿਸਾਨ ਆਗੂ ਜਾਂ ਸੰਯੁਕਤ ਮੋਰਚੇ ਦਾ ਕੋਈ ਵੀ ਆਗੂ ਇੱਥੇ ਨਹੀਂ ਪਹੁੰਚਾ, ਠੀਕ ਹੈ ਜੀ। ਹਾਂਜੀ, ਅਜੇ ਤੱਕ ਤੇ ਮੈਂ ਕਿਸੇ ਨੇ ਵੇਖਿਆ, ਸ਼ਾਇਦ ਥੋੜਾ ਲੇਟ ਆਉਣ। ਸ਼ਾਇਦ ਲੇਟ, ਅੱਜ ਹੁਣ 1:30 ਦਾ ਟਾਈਮ ਹੋ ਚੱਲਿਆ ਲਗਭਗ। ਹਾਂਜੀ ਹਾਂਜੀ, ਅਜੇ ਤੱਕ ਨਹੀਂ ਪਹੁੰਚੇ। ਹਾਂਜੀ, ਪਹੁੰਚਣਾ ਚਾਹੀਦਾ ਸੀ, ਸਭ ਨੂੰ ਪਹੁੰਚਣਾ ਚਾਹੀਦਾ ਸੀ, ਸਾਰੇ ਕਿਸਾਨ ਨੇਤਿਆਂ ਨੂੰ ਵੀ ਪਹੁੰਚਣਾ ਚਾਹੀਦਾ ਸੀ, ਸਿੱਖ ਜਿੰਨੇ ਵੀ ਨੇ ਆਪਣੇ ਤਰਾਈ ਦੇ, ਪਰ ਲੇਕਿਨ ਵੇਖਣ ਦੇ ਬਹੁਤ ਘੱਟ ਮਾਤਰਾ 'ਚ ਇੱਥੇ ਪਹੁੰਚੇ ਨੇ। ਨਾ ਬਲਜਿੰਦਰ ਸਿੰਘ ਮਾਨ ਨਜ਼ਰ ਆਇਆ ਵਾ, ਨਾ ਮੈਨੂੰ ਜਗਤਾਰ ਸਿੰਘ ਬਾਜਵਾ ਨਜ਼ਰ ਆਏ ਨੇ, ਕਿਉਂਕਿ ਪ੍ਰਮੁੱਖ ਚਿਹਰੇ ਮੰਨੇ ਜਾਂਦੇ ਨੇ, ਠੀਕ ਹੈ ਜੀ। ਜਿੱਥੇ ਵੀ ਜਾਂਦੇ ਕੋਈ ਕਿਸਾਨਾਂ ਦਾ ਪ੍ਰੋਗਰਾਮ ਹੁੰਦਾ, ਇਹ ਨਜ਼ਰ ਆਉਂਦੇ ਨੇ। ਤੇਜਿੰਦਰ ਸਿੰਘ ਵਿਰਕ ਵੀ ਉੱਥੇ ਨਜ਼ਰ ਆਉਂਦੇ ਨੇ, ਜਾਂ ਹੋਰ ਕਈ ਆਗੂ ਨੇ ਜਿਹੜੇ ਆਪਣੇ ਏਰੀਏ ਦੇ, ਕੋਈ ਨਜ਼ਰ ਨਹੀਂ ਆ ਰਿਹਾ ਇੱਥੇ। ਤੇਜਿੰਦਰ ਸਿੰਘ ਵਿਰਕ ਹੁਣ ਇੱਥੋਂ ਦੇ ਲੋਕਲ ਦੇ ਨੇ, ਉਹ ਤੇ ਵਿਚਾਰਾ ਚਲੋ ਹਰ ਜਗ੍ਹਾ ਤੇ ਚਲੇ ਜਾਂਦੇ ਨੇ, ਲੇਕਿਨ ਜਿਹੜੀ ਇਹ 26 ਜਨਵਰੀ ਤੇ ਏਡੀ ਵੱਡੀ ਸ਼ਹਾਦਤ ਹੋਈ ਸੀ, ਵੱਡੇ ਉੱਥੇ ਕਿਸਾਨ ਲੀਡਰ ਸਨ, ਸਾਰਿਆਂ ਦਾ ਸੱਦਾ ਸੀ, ਉਹਨਾਂ ਦਾ ਫਰਜ਼ ਬਣਦਾ ਨਾ ਅੱਜ ਵੀ ਆਉਣ, ਇੱਥੇ ਬਰਸੀ ਤੇ ਵੀ ਆਉਣ, ਸਾਰਿਆਂ ਦੀ ਸਾਰ ਲੈਣ। ਤੇ ਜਿਵੇਂ ਹੁਣ ਫੱਟਰ ਹੋਏ ਸਨ ਤਕੂਨੀਆਂ ਦੇ ਵਿੱਚ, ਇੰਨੇ ਬੰਦੇ ਫੱਟਰ ਹੋਏ ਸਨ, ਉਹਨਾਂ ਦੀ ਸਾਰ ਲੈਣ, ਉਹਨਾਂ ਦੀ ਦੇਖਭਾਲ ਕਰਨ। ਕੋਈ ਆਇਆ ਨਹੀਂ ਪਤਾ ਲੈਣ, ਸਾਡੇ ਤੱਕ ਘਰ ਤੇ ਕੋਈ ਨੇਤਾ ਨਹੀਂ ਪਹੁੰਚਿਆ। ਤੇਜਿੰਦਰ ਸਿੰਘ ਵਿਰਕ ਇੱਕ ਦਿਨ ਪਹੁੰਚਿਆ ਹੀ ਪਤਾ ਲੈਣ, ਬਸ। ਇਸ ਤੋਂ ਇਲਾਵਾ ਕੋਈ ਲੀਡਰ ਨਹੀਂ ਅੱਜ ਤੱਕ, ਫੋਨ ਨਹੀਂ, ਕੋਈ ਲੈਣੀ ਨਹੀਂ ਦੇਣੀ ਨਹੀਂ। ਤੁਹਾਨੂੰ ਜਿਹੜਾ ਮਿਲਣਾ ਸੀ ਸਰਕਾਰ ਵੱਲੋਂ ਮੁਆਵਜ਼ਾ ਜਾਂ ਉਹ ਮਿਲਿਆ? ਕੁਛ ਨਹੀਂ ਮਿਲਿਆ ਅਜੇ ਤੱਕ। ਸਾਨੂੰ ਸਿਰਫ ਅਖਿਲੇਸ਼ ਯਾਦਵ ਨੇ 1 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਉਸ ਤੋਂ ਇਲਾਵਾ ਕੁਝ ਨਹੀਂ ਮਿਲਿਆ। ਨਾ ਜੀ, ਨਹੀਂ, ਸਾਨੂੰ ਕਿਸੇ ਕੁਝ ਨਹੀਂ ਦਿੱਤਾ, ਕਿਸੇ ਸਰਕਾਰ ਨਹੀਂ ਦਿੱਤਾ, ਬਸ ਸਮਾਜਵਾਦੀ ਇਹਨਾਂ ਦਿੱਤਾ ਸੀ, ਅਖਿਲੇਸ਼ ਯਾਦਵ ਨੇ 1 ਲੱਖ ਦਾ ਚੈੱਕ ਮਿਲਿਆ। ਤੁਹਾਨੂੰ ਜਿਹੜਾ ਵਿੱਚ ਸੁਣ ਚ ਆ ਰਿਹਾ ਵੀ ਜਿਹੜਾ ਸ਼ੈਡੋ ਮਿਲਿਆ ਸੀ, ਉਹ ਵੀ ਸਰਕਾਰ ਨੇ ਹਟਾ ਲਿਆ ਸੀ, ਦੁਬਾਰਾ ਮਿਲ ਗਿਆ ਕਿ ਨਹੀਂ ਮਿਲ ਗਿਆ? ਹਾਂਜੀ, ਉਹ ਦੁਬਾਰਾ ਮਿਲ ਗਿਆ। ਗਾਰਡ ਮਿਲ ਗਿਆ? ਹਾਂਜੀ, ਮਿਲ ਗਿਆ ਸੀ, ਗਾਰਡ ਵੀ ਮਿਲ ਗਿਆ ਸੀ, ਪਰ ਲੇਕਿਨ ਇਹਨਾਂ ਮੁਕੱਦਮੇ ਲਾਤੇ ਸੀ, ਮੁਕੱਦਮੇ ਲੱਗੇ। ਇਸ ਟਾਈਮ ਗਾਰਡ ਹੈਗਾ ਤੁਹਾਡੇ ਕੋਲ? ਹਾਂਜੀ, ਹੈ ਵੀ, ਹੁਣ ਹੈ। ਤੁਹਾਡੇ ਕੋਲ ਵੀ ਆਇਆ? ਹਾਂਜੀ, ਮੇਰੇ ਕੋਲ ਸਿਕਿਉਰਿਟੀ ਹੈ ਸ਼ੋਅ। ਹਾਂ, ਬਾਕੀ ਉਹਨਾਂ ਦਾ ਕਹਿਣਾ ਇਹ ਵੇ ਕਿ ਤੁਸੀਂ ਲਾਇਸੈਂਸ ਅਪਲਾਈ ਕੀਤਾ ਸੀ ਤੇ ਅਸੀਂ ਤਾਂ ਮੁਕੱਦਮਾ ਰੋਕ ਲਈ ਲਾਇਆ ਸਰਕਾਰਾਂ ਦਾ। ਠੀਕ ਠੀਕ ਜੀ, ਧੰਨਵਾਦ। ਜਿਵੇਂ ਤੁਸੀਂ ਗੱਲ ਕੀਤੀ ਆਪਾਂ ਵੀ ਪਹੁੰਚੇ ਨੇ ਵੀਰ, ਹੋਰ ਵੀ ਕਿਸਾਨ ਆਗੂ ਪਹੁੰਚੇ ਨੇ ਜਿਹੜੇ ਲੋਕਲ ਨੇ ਇੱਥੋਂ, ਠੀਕ ਹੈ जी। ਉਹਨਾਂ ਨਾਲ भी ਗੱਲਬਾत कर रहे हैं। किसान आंदोलन में शहीद हुए हैं, ये पहले शहीद माने जाएंगे, ठीक है। नवरीत सिंह जो पुलिस की गोली से शहीद हुए हैं, ठीक है जी, माना यही जा रहा है उसमें। लेकिन यहाँ पे आज बरसी मनाई जा रही है इनकी। किसान आगू बहुत कम नज़र आ रहे हैं, संयुक्त मोर्चे के आगू भी बहुत कम नज़र आ रहे हैं, अपने लोकल आगू जो है वो भी नहीं नज़र आ रहे हैं। आप क्या कहना चाहते हैं इसे? ये बहुत अफसोस की बात है, और मैं कहूँगा कि जो किसान नेता हैं, जो बड़े लीडर हैं, जिनकी कॉल पर 26 जनवरी को पूरे देश का किसान इकट्ठा हुआ था, और जिन्होंने अपनी संपत्ति और अपनी जान की परवाह ना करते हुए आंदोलन में कूद गए थे, तो उनको थोड़ी सी इस चीज़ का ध्यान रखना चाहिए कि जो आज नवरीत हमारे बीच में नहीं है, और वो पूरे देश के किसानों के हित के लिए उसने अपनी कुर्बानी दे दी, और आज जो पूरे देश में किसान आंदोलन का झंडा बुलंद है, ऐसे शहीदों की वजह से है। तो उन किसान नेताओं को मैं कुछ शब्द नहीं बोलना चाहता हूँ गलत, वैसे मेरे मुंह से निकलना चाह रहे हैं कि शर्म आनी चाहिए उनको, कि कब तक किसानों की लाशों पर जो है, कुर्बानियों पर नेतागिरी करोगे। आज यहाँ नहीं, तुम किसान हो ही नहीं, किसान नेता हो ही नहीं। जो यहाँ नहीं है वो किसान नेता नहीं है। जिसका अकेला बेटा था वो आज दुनिया में नहीं है। लेकिन ये भी ना उन्होंने सुनने में आ रहा है कि वो संयुक्त मोर्चे की तरफ से एक बड़ा प्रोग्राम किया जा रहा है पंजाब में, जींद में, उस वजह से नहीं आ सके। वो ज़्यादा ज़रूरी है या ज़्यादा? ये ज़रूरी है, ये ज़रूरी, आज का ज़रूरी है। वो कल भी हो सकता है, वो परसों भी हो सकता है, वो 8 दिन बाद भी हो सकता है, 4 दिन पहले भी हो सकता था। ये ज़रूरी है। क्या बीत रही है उसकी, नवरीत के पापा के ऊपर क्या बीत रही है, उसके परिवार के ऊपर क्या बीत रही होगी, उसके रिश्तेदारों के ऊपर क्या बीत रही है, उसके चाहने वालों पर क्या बीत रही होगी। अंदाज़ा लगाइए कि जिसने इतनी बड़ी शहादत दी, इतनी बड़ी कुर्बानी दी, उसके दरवाजे पे, उसके घर पे ये लोग नहीं हैं। और सरकार की मंशा ये है
मैं दबी ज़ुबान में कहना चाहूँगा कि सरकार की मंशा है क्या हमारा आपका किसान जो हैं उन्हें सरकार हटाना चाहती है। सिर्फ अंधभक्त जो लोग हैं उनको रखना चाहती है। सरकारों से बिल्कुल प्यार नहीं करती। शासन प्रशासन इस वक्त का है, चाहे दिल्ली का हो यहाँ का हो, ज़्यादातर किसान विरोधी है। आज मैंने अखबार में पढ़ा, मुझे बड़ा दुख हुआ कि आशीष मिश्रा की बेल हो गई। अच्छा जी। 8 हफ्ते के लिए बेल दे दी। 1 हफ्ता वो अपने घर रहेगा, 1 हफ्ते के बाद यूपी और दिल्ली छोड़ देगा, कहीं भी रहेगा वो, उसकी बेल हो गई। वही वाह। लेकिन 4 किसान भी तो वहाँ पे अभी तक बंद हैं, उनकी बेल अभी तक एक साल से मेरा कहना वही है, जिसने 8 किसान शहीद कर दिए, गाड़ी चढ़ाकर मार दिए, बहुत सारे ये हमारे सामने खड़े जो बच गए आज हमारे बीच में हैं, ठीक है, और जो फर्जी मुकदमे लगाकर हमारे किसानों को जेल भेजा उनकी बेल नहीं है। तो ये सोचने का विषय हमारे देश में जो इस समय आबो हवा चल रही है, जो जहरीली हवा चल रही है, जो हर जगह है इस समय, आप किसी भी विभाग को ये नहीं कह सकते ये निष्पक्ष है पूरी तरह से। तो ये गंभीर विषय है और हम किसानों को सोचना पड़ेगा। और अगर हम नहीं सोचेंगे तो अब न्यायपालिका में एक उम्मीद बची रहती है सभी के लिए। तो कहीं ना कहीं थोड़ा सा अफसोस है कि जो बेगुनाह किसान है वो जेल में है और जो गुनाहगार वो छूट गया। और जो नौजवान अंदर बंद हैं उनकी बेल नहीं करवा सके संयुक्त मोर्चे वाले, ठीक है जी। आशीष मिश्रा की उधर से आप बता रहे हो कि बेल मंजूर हो गई है, तो और जो शहीद हुए हैं उनकी बरसी पे नहीं पहुंच रहे हैं, तो कल को फिर आप भी हो उसमें, ठीक है जी। मैं आपसे भी कहना चाहता हूं कि आप भी किसान आगू हो, किसान नेता हो, तो आपके पीछे कौन चलेगा फिर? नौजवान कैसे चलेंगे आपके पीछे? बिल्कुल नहीं चलेंगे। इससे गलत संदेश गया है, गया है। इनको आना चाहिए था। बल्कि मैंने तो अभी 2 दिन पहले मेरी कई किसान नेताओं से मुलाकात हुई। हमारे बलजीत सिंह जी खड़े हैं, मैं राष्ट्रीय लोकदल के किसान प्रकोष्ठ के राष्ट्रीय अध्यक्ष। मैंने उनसे जिक्र किया कि अखिलेश यादव यहाँ पास में आए थे 2 किलोमीटर, यहाँ नहीं आ सकते थे, आना चाहिए था उनको। बलजीत सिंह के घर नहीं आए जी, वो कहाँ आए थे? वो ये यहीं आए थे 2 किलोमीटर अपने तेजेंद्र सिंह बिर्क जी के घर पे। 2 किलोमीटर 3 किलोमीटर जगह होगी, तो यहाँ आना चाहिए था उनको। किसानों के ऊपर नेतागिरी होगी, किसानों से वोट मांगे, किसानों की शहादत पर जो है राजनीति करेंगे, लेकिन दिल से नहीं है ये लोग। दिल से होते तो आज पहुँचते। अगर वाकई हमदर्द होते किसानों के तो उनके परिवारों के साथ में तो खड़ा होना चाहिए। यही मैं बार बार बात कर रहा हूँ और इस बात का मेरे को दुख है, इसलिए मैं बार बार ये ठोक बजा के सवाल भी कर रहा हूँ, हर एक से कर रहा हूँ और करता रहूँगा। क्योंकि आज अगर आप पीछे परिवार के साथ में नहीं खड़े हो तो आप सच्चे किसान आगू या किसान नेता हो ही नहीं। अगर किसान शहीद हो जाता है उसके परिवार के साथ में नहीं खड़े हो आप। इस घटना से किसानों में मायूसी पैदा होगी, किसानों में जज्बा कम होगा कि ऐसे इंसान के दरवाजे पे जो किसान नेता नहीं पहुंचेगा तो कल को दूसरा किसान घर से निकलने में कतराएगा, बिल्कुल कतराएगा। देखिए, एक कॉल थी, एक कॉल पे पूरे देश का किसान दिल्ली पहुंच गया। उसने परवाह नहीं की किधर से मुझे जाना है, उसने दिल्ली जाना, लाल किले जाना है। जितने किसान नेता थे उन्होंने एक ही कॉल दी, अखबार के माध्यम से, टीवी चैनल के माध्यम से, कि दिल्ली के लाल किले पर झंडा फहराना है तो किसान घाट पर झंडा फहराना है। तो आपने और हमने ये नहीं सोचा कि क्या कह रहे हैं, हमने कहा वहाँ किले पर पहुँचना है, तो किले पर हम लोगों ने जाना शुरू कर दिया। तो ये जिम्मेदार जो हैं सब किसान नेता हैं। हर चीज़ को किसान नेताओं को यहाँ होना चाहिए था, किसान नेताओं को यहाँ होना चाहिए था। अगर नहीं है तो मैं समझता हूँ कि एक तरह से ऐसे नेताओं की मैं निंदा करता हूँ। ये राजनीति हो रही है, ये अपने साथ ही राजनीति हो रही है, अपने परिवार के साथ ही राजनीति हो रही है। राजनीति करो तुम, ठीक है, लेकिन दूसरी जगह करो ना, जाके अपने भीतर राजनीति करोगे, अपने लोगों के साथ में राजनीति करोगे तो कोई भी इसको एक्सेप्ट नहीं करेगा। तो लोग कल को कैसे विश्वास करके अपने बच्चे आपके साथ में भेजेंगे, ये भी एक सोचने की बात है। देखिए, मैं आपको बता दूँ कि शहीद नवनीत सिंह की वजह से अगर कोई शहीद होता है, कोई शहादत देता है देश के लिए, कौम के लिए, तो उसकी वजह से एक तबका, एक कौम मजबूत होती है, उसका नाम होता है। हमारे परिवार का बच्चा आज हमारे बीच में नहीं है, वो शहीद हो गया, उसकी वजह से पूरे देश में, पूरी दुनिया में किसानों के प्रति एक हमदर्दी और किसान मजबूत हुआ है, किसान जागरूक हुआ है, किसान नेताओं की पहुँच बन गई। यानी लोग पूछने लगे किसान नेताओं को। अब जिन लोगों को किसान इस शहीद की वजह से पूछना शुरू हुआ, आज वो किसान नेता यहाँ नहीं हैं। ये दुर्भाग्यपूर्ण नहीं है तो क्या है। बिल्कुल जी, धन्यवाद। ये सवाल ਜਿਹੜਾ ਵਾ ਹਰ ਇੱਕ ਨੂੰ ਪੁੱਛਣਾ ਚਾਹੀਦਾ ਵਾ ਔਰ ਪੁੱਛਦੇ ਰਹਿਣਾ ਚਾਹੀਦਾ ਵਾ। ਕਿਉਂ ਨਹੀਂ ਹੈ, ਵਜ੍ਹਾ ਕੀ ਆ, ਕਾਰਨ ਕੀ ਆ ਵੀ ਤੁਸੀਂ ਪਰਿਵਾਰਾਂ ਦੇ ਨਾਲ ਕਿਉਂ ਨਹੀਂ ਖਲੋਤੇ? ਤੁਸੀਂ ਆਗੂ ਹੋ, ਉਹਨਾਂ ਦੇ ਸਿਰ ਤੇ ਹੀ ਤੁਸੀਂ ਵੱਡੇ ਜਾ ਕੇ ਤੁਸੀਂ ਅਹੁਦੇ ਲਏ ਨੇ, ਠੀਕ ਹੈ ਜੀ। ਵੱਡੀਆਂ ਤੁਹਾਂ ਸਹੂਲਤਾਂ ਲਈਆਂ ਨੇ, ਤੁਹਾਂ ਗਾਰਡ ਲਏ ਨੇ, ਤਾਂ ਬਹੁਤ ਕੁਝ ਮਿਲਿਆ ਤੁਹਾਨੂੰ। ਔਰ ਇੱਥੋਂ ਤੱਕ ਕਿ ਲੋਕਾਂ ਵੱਲੋਂ ਇਲਜ਼ਾਮ ਇਹ ਵੀ ਲਾਇਆ ਜਾ ਰਿਹਾ ਤੁਸੀਂ ਪੈਸਾ ਵੀ ਲੋਕਾਂ ਨੇ, किसान आगुओं ने बहुत ज़्यादा इकट्ठा किया हुआ, ठीक है, आंदोलन में से बहुत चंदा लिया है, ठीक है। लेकिन जो आपके साथ में चले हैं, आपके आवाज़ पे जो आए, जिन्होंने आपके आवाज़ पे शहीदी दी, जिन्होंने अपनी जान नशावर कर दी, ठीक है, उनके अंतिम भोगों में नहीं आप पहुँच रहे हो। तो एक ये, जैसे आपने भाई साहब ने कहा कि एक शर्म वाली बात, हम इस तरह इतनी
नीचे दर्जे की अगर हम राजनीति करने लग जाएंगे तो कभी भी कोई भी एक्सेप्ट नहीं करेगा। ठीक है जी, बाहर फंक्शन आप कितने बड़े बड़े करते रहिए, आज करिए, कल को करिए, परसों करिए, 2 दिन बाद करिए, महीने बाद करिए, लेकिन मौके पे, दिन पे तो आपको परिवार के साथ में खड़ा होना ਜ਼ਰੂਰੀ है और खड़ा होना चाहिए था आपको। और ਤੁਸੀਂ ਵੇਖ ਸਕਦੇ ਵੀ ਜਿਹੜੀਆਂ ਹਰੀ ਪੱਗ ਆ, ਮੈਨੂੰ ਹੁਣ ਤੱਕ 2-3 ਹਰੀਆਂ ਪੱਗਾਂ ਨਜ਼ਰ ਆਈਆਂ ਨੇ, ਉਹਨਾਂ ਦੇ ਵਿੱਚ ਇੱਕ ਜਿਹੜੇ ਕਿਸਾਨਾਂ ਦਾ ਰੰਗ ਆ ਉਹ ਨਿਰਭਜੀਤ ਸਿੰਘ ਜੀ ਬੰਨ੍ਹ ਕੇ ਆਏ ਨੇ। ਵੇਖੋ ਜੀ, ਕਿਸਾਨੀ ਅੰਦੋਲਨ ਦੇ ਵਿੱਚ ਨਵਰੀਤ ਸਿੰਘ ਸ਼ਹੀਦ ਹੁੰਦਾ, ਠੀਕ ਹੈ ਜੀ, ਪਰ ਅੱਜ ਇਹਦੀ ਬਰਸੀ ਮਨਾਈ ਜਾ ਰਹੀ ਆ, ਪਰ ਇੱਥੇ ਜਿਹੜੀ ਇਹ ਕਿਸਾਨ ਆਗੂ ਜਾਂ ਕਿਸਾਨਾਂ ਦੀਆਂ ਜਿਹੜੀਆਂ ਹਰੀਆਂ ਪੱਗਾਂ ਜਿਹੜੀਆਂ ਨੇ ਉਹ ਨਜ਼ਰ ਬਹੁਤ ਘੱਟ ਆ ਰਹੀਆਂ ਨੇ। ਕੀ ਕਾਰਨ ਕੀ ਸਮਝਦੇ ਹੋ ਤੁਸੀਂ? ਕਾਰਨ ਵੀਰ ਮੇਰਿਆ, ਇਹ ਰਾਜਨੀਤੀ ਦੀ ਭੇਟ ਚੜਿਆ। ਇਹ ਰਾਜਨੀਤੀ ਹੋ ਰਹੀ ਆ, ਕਿਉਂਕਿ ਮੈਂ ਰਾਹ ਦੇ ਵਿੱਚ ਵੀ ਸੋਚ ਰਿਹਾ ਸੀ, ਇਹਦੇ ਤੇ ਵਿਚਾਰ ਕਰ ਰਿਹਾ ਸੀ ਕਿ ਅੱਜ ਇੱਥੇ ਮੇਲਾ ਹੋਣਾ ਚਾਹੀਦਾ ਸੀ। ਇੱਕ ਬਹੁਤ ਵੱਡਾ ਸਾਡੇ ਇਸ ਖੇਤਰ ਦੀ ਵੱਡੀ ਸ਼ਹਾਦਤ ਸੀ, ਨੌਜਵਾਨ ਬੱਚਾ ਸੀ, ਔਰ ਜਿਹੜੇ ਉੱਥੇ ਸਾਡੇ ਆਗੂ ਸੀ ਨਾ, ਕਿਤੇ ਨਾ ਕਿਤੇ ਉਹਨਾਂ ਨੇ ਵੀ, ਔਰ ਜਿਹੜੇ ਹੋਰ ਪਿੱਛੇ ਰਾਜਨੀਤਿਕ ਕਾਰਨ ਰਹੇ ਉਹਦੇ ਕਰਕੇ ਇਹਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਭੁਲਾਇਆ ਜਾ ਰਿਹਾ। ਲੇਕਿਨ ਇਹ ਸਾਡੇ ਲਈ ਭੁੱਲਣ ਵਾਲੀ ਗੱਲ ਨਹੀਂ ਗੀ, ਕਿਉਂਕਿ ਸਾਡੇ ਵਿੱਚੋਂ ਗਿਆ, ਸਾਡਾ ਬੱਚਾ ਸੀ, ਸਾਡਾ ਭਰਾ ਸੀ, ਇਸ ਕਰਕੇ ਅਸੀਂ ਤਾਂ ਨਹੀਂ ਭੁੱਲ ਸਕਦੇ, ਚਾਹੇ ਸਾਰੀ ਦੁਨੀਆ ਜਿਨ੍ਹਾਂ ਨੇ ਰਾਜਨੀਤੀ ਕਰ ਰਹੇ ਨੇ, ਜਿਨ੍ਹਾਂ ਨੇ ਕਿਸਾਨਾਂ ਦੇ ਨਾਂ 'ਤੇ ਰਾਜਨੀਤੀ ਕੀਤੀ ਆ, ਠੀਕ ਹੈ ਜੀ, ਉਹ 'ਚੋਂ ਆਗੂ ਨੇ ਇੱਥੋਂ ਦੇ ਲੋਕਲ, ਠੀਕ ਹੈ। ਜੇ ਗੱਲ ਕਰੀਏ ਬਾਰ-ਬਾਰ ਤਾਂ ਸਿੱਧਾ ਜਾਂ ਆਪਣੇ ਏਰੀਏ ਦਾ ਜਿਹੜਾ ਆਗੂ, ਕਿਸਾਨ ਆਗੂ ਜਿਹੜਾ ਨਜ਼ਰ ਆਉਂਦਾ ਮੈਨੂੰ, ਤੇਜਿੰਦਰ ਸਿੰਘ ਵਿਰਕ ਆਉਂਦਾ ਇੱਕ, ਉਹ ਵੀ ਇੱਥੇ ਅੱਜ ਨਾਦਾਰਦ ਆ, ਉਹ ਵੀ ਨਹੀਂ ਪਹੁੰਚਾ ਅੱਜ ਇੱਥੇ, ਠੀਕ ਹੈ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਇਹ ਜਿਹੜਾ ਤੇਜਿੰਦਰ ਸਿੰਘ ਵਿਰਕ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹ ਕਿਸਾਨ ਆਗੂ ਘੱਟ ਹੋ ਕੇ ਕਿਤੇ ਨਾ ਕਿਤੇ ਕਿਸੇ ਪਾਰਟੀ ਨਾਲ ਜੁਆਇਨ ਨੇ, ਕਿਉਂਕਿ ਉਹਨੂੰ ਸਮਾਜਵਾਦੀ ਪਾਰਟੀ ਨੇ ਵੀ ਆਪਦਾ ਸਟਾਰ ਪ੍ਰਚਾਰਕ ਰੱਖਿਆ। ਠੀਕ ਹੈ, ਫਿਰ ਇਹ ਝੂਠਾ ਦਾਵਾ ਵਾ ਉਹਦਾ ਜਿਹੜਾ ਕਿਸਾਨਾਂ ਦਾ ਆਗੂ ਹੁੰਦਾ, ਕਿਉਂਕਿ ਉਹਨੇ ਕਿਸਾਨਾਂ ਦੇ ਨਾਂ 'ਤੇ ਹੀ ਕਾਫੀ ਰਾਜਨੀਤੀ ਕੀਤੀ ਹੈ। ਜੇ ਤਕੋਣੀਆਂ ਦਾ ਜਿਹੜਾ ਹੁੰਦਾ ਵਾ, ਉੱਥੇ ਵੀ ਤੇਜਿੰਦਰ ਸਿੰਘ ਵਿਰਕ ਹੀ ਲੈ ਕੇ ਗਿਆ ਸੀ, ਉੱਥੇ ਵੀ 4 ਬੱਚੇ ਸ਼ਹੀਦ ਹੋਏ ਨੇ ਸਾਡੇ, ਠੀਕ ਹੈ, ਔਰ ਕਈ ਫੱਟੜ ਹੋਏ ਨੇ, ਅਜੇ ਤੱਕ ਜੇਲ੍ਹਾਂ 'ਚ ਬੈਠੇ ਨੇ। ਔਰ ਇਹ ਨਵਰੀਤ ਸਿੰਘ ਸ਼ਹੀਦ ਜਿਹੜਾ ਵਾ, ਇਹ ਵੀ ਸਾਡੇ ਇੱਥੇ ਲੋਕਲ ਜਿਹੜੇ ਆਗੂ ਹਨ, ਕਿਸਾਨ ਆਗੂ ਬਣੇ, ਇਹਨਾਂ ਦੀ ਹੀ ਆਵਾਜ਼ ਦੇ ਉੱਤੇ ਗਏ ਹਨ, ਦਿੱਲੀ ਗਏ ਹਨ। ਤਾਂ ਹੁਣ ਇਹਨਾਂ ਦੇ ਪਰਿਵਾਰਾਂ ਦੇ ਨਾਲ ਖਲੋਣ ਦਾ ਫਰਜ਼ ਬਣਦਾ। ਚਲੋ ਰਾਜਨੀਤੀ ਤੁਸੀਂ ਕਰੋ, ਕਿਸੇ ਵੀ ਪਾਰਟੀ ਦੇ ਨਾਲ ਕਰੋ, ਸਮਾਜਵਾਦੀ ਦੇ 'ਚ ਜਾਓ, ਕਾਂਗਰਸ 'ਚ ਜਾਓ, ਜਾਂ ਕਿਸੇ ਹੋਰ ਪਾਰਟੀ ਜਾਓ, ਉਹਦਾ ਕੋਈ ਮਤਲਬ ਨਹੀਂਗਾ। ਪਰ ਜਿਨ੍ਹਾਂ ਦੇ ਸਿਰ 'ਤੇ ਤੁਸੀਂ ਰਾਜਨੀਤੀ ਕਰਨ ਡਏ ਹੋ, ਜਿਨ੍ਹਾਂ ਦਾ ਨਾਂ ਲੈ ਕੇ ਤੁਸੀਂ ਰਾਜਨੀਤੀ ਕਰਨ ਡਏ ਹੋ, ਉਹਨਾਂ ਜਿਹੜੇ ਬੱਚੇ ਤੁਹਾਡੇ 'ਤੇ ਵਿਸ਼ਵਾਸ ਕਰਕੇ ਸ਼ਹੀਦ ਹੋਏ ਨੇ, ਠੀਕ ਹੈ, ਉਹਨਾਂ ਦੇ ਪਰਿਵਾਰਾਂ ਦੇ ਨਾਲ ਖਲੋਣਾ ਫਰਜ਼ ਬਣਦਾ ਕਿ ਨਹੀਂ ਬਣਦਾ? ਮੈਂ ਕਹੂੰਗਾ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਖਲੋਣਾ ਨਹੀਂ, ਹਰ ਵਕਤ ਹਰ ਰੋਜ਼ ਉਹਨਾਂ ਨੂੰ ਫੋਨ ਕਰਕੇ ਪੁੱਛਣਾ ਚਾਹੀਦਾ, ਦੁੱਖ ਤਕਲੀਫ ਸਾਂਝ, ਕਿਉਂਕਿ ਉਹ ਸਾਡੇ ਲਈ ਸ਼ਹੀਦ ਹੋਏ ਨੇ, ਸਾਡੀ ਕਿਸਾਨੀ ਲਈ ਸ਼ਹੀਦ ਹੋਏ ਨੇ। ਇਸ ਕਰਕੇ ਜੇ ਉਹ ਲੋਕ ਇਹਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ, ਆਉਣ ਵਾਲਾ ਸਮਾਂ ਉਹਨਾਂ ਨੂੰ ਮਾਫ ਨਹੀਂ ਕਰੇਗਾ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਨੌਜਵਾਨ ਬੱਚੇ ਵੀ ਭੁੱਲ ਜਾਣਗੇ। ਇਹਨਾਂ ਦੇ ਦਿਲਾਂ ਦੇ ਵਿੱਚ ਜਿਹੜੀ ਜਗ੍ਹਾ ਉਹਨਾਂ ਨੇ ਬਣਾਈ ਸੀ ਕਿਸਾਨੀ ਅੰਦੋਲਨ ਦੇ ਵਿੱਚ, ਅਗਰ ਇਸ ਤੋਂ ਆਪਦਾ ਸਵਾਰਥ ਸਮਝਦੇ ਨੇ, ਸਵਾਰਥ ਉਹਨਾਂ ਦਾ ਪੂਰਾ ਨਹੀਂ ਹੋਏਗਾ ਕਿਸੇ ਦਾ ਵੀ, ਚਾਹੇ ਉਹਦੇ ਵਿੱਚ ਮੈਂ ਵੀ ਹਾਂ। ਬਿਲਕੁਲ ਜੀ, ਕੋਈ ਵੀ ਆ, ਜੇ ਅਗਰ ਆਪਣੇ ਨਾਲ ਹੀ ਰਾਜਨੀਤੀ ਕੋਈ ਖੇਡਣ ਲੱਗ ਪਏਗਾ, ਆਪਣੇ ਨਾਲ ਹੀ ਰਾਜਨੀਤੀ ਖੇਡਣ ਲੱਗਿਆ, ਜਿਹੜੇ ਤੁਹਾਡੀ ਆਵਾਜ਼ ਦੇ ਉੱਤੇ ਤੁਰਦੇ ਨੇ, ਤੇ ਫਿਰ ਇਹ ਇੱਦਾਂ ਨਾ, ਵੇਖੋ ਸੰਗਤ ਆ, ਜਨਤਾ ਵਾ, ਕਦੀ ਮਾਫ ਨਹੀਂ ਕਰਦੀ। ਔਰ ਨੌਜਵਾਨਾਂ ਨੇ ਹਮੇਸ਼ਾ ਯਾਦ ਰੱਖੇ ਜਾਣਗੇ ਵੀ ਨੌਜਵਾਨਾਂ ਨੇ ਤੁਹਾਡੇ ਪਿੱਛੇ ਸ਼ਹੀਦੀਆਂ ਦਿੱਤੀਆਂ, ਤੁਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਉਹਨਾਂ ਦੀਆਂ ਬਰਸੀਆਂ 'ਤੇ ਵੀ ਨਹੀਂ ਪਹੁੰਚ ਰਹੇ, ਤੇ ਕਿੱਡੀ ਮਾੜੀ ਗੱਲ ਆ, ਮੇਰੇ ਹਿਸਾਬ ਨਾਲ ਬੜੇ ਦੁੱਖ ਵਾਲੀ ਗੱਲ ਆ। ਮੈਂ ਨੌਜਵਾਨਾਂ ਨੂੰ ਵੀ ਇੱਕ ਗੱਲ ਕਹਾਂਗਾ ਕਿ ਤੁਸੀਂ ਬਿਲਕੁਲ ਵੀ ਇਸ ਤਰੀਕੇ ਨਾਲ ਨਾ ਭੱਜਿਆ ਕਰੋ, ਆਮ ਮੁਹਾਰੇ ਨਾ ਹੋਇਆ ਕਰੋ। ਚੰਗੇ ਸੂਝਵਾਨ ਆਪਦੇ ਲੀਡਰ ਜਿਹੜੇ ਤੁਹਾਡੇ ਵਿੱਚੋਂ ਸਮਝਦਾਰ ਨੇ, ਸਿਆਣੇ ਨੇ, ਉਹਨਾਂ ਦੀ ਗਾਈਡਲਾਈਨ ਦੇ ਉੱਤੇ ਚੱਲਿਆ ਕਰੋ, ਨਾ ਕਿ ਤੁਸੀਂ ਆਪ ਮੁਹਾਰੇ ਹੋ ਕੇ ਕਿਤੇ ਨਾ ਕਿਤੇ ਭੜਕਾਵੇ ਦੇ ਵਿੱਚ ਆ ਕੇ ਵੱਡਾ ਨੁਕਸਾਨ ਆਪਦੇ ਪਰਿਵਾਰ ਨੂੰ ਜਾਂ ਇਸ ਕੌਮ ਨੂੰ ਦੇ ਜਾਂਦੇ ਹੋ, ਕਿਸਾਨਾਂ ਨੂੰ ਦੇ ਜਾਂਦੇ ਹੋ। ਪਰ ਫਿਰ ਮੋਰਚੇ ਵੀ ਨਹੀਂ ਜਿੱਤੇ ਜਾਂਦੇ ਜਿੰਨਾ ਚਿਰ ਤੱਕ ਨੌਜਵਾਨੀ ਨਾ ਤੁਰੇ, ਠੀਕ ਹੈ। ਨੌਜਵਾਨੀ ਦਾ ਜੋਸ਼ ਹੀ ਹੁੰਦਾ ਵਾ ਭਾਈ ਸਾਹਿਬ, ਵੀ ਜਿਹੜਾ ਮੋਰਚੇ ਜਿਤਾਉਂਦਾ, ਅੰਦੋਲਨ ਜਿਤਾਇਆ ਤਾਂ ਨੌਜਵਾਨਾਂ ਨੇ ਹੀ ਜਿਤਾਇਆ ਵਾ, ਠੀਕ ਹੈ ਜੀ। ਤੇ ਨੌਜਵਾਨਾਂ ਨਾਲ ਹੀ ਗੱਲ ਕਰਾਂਗੇ। ਤੁਸੀਂ ਕੀ ਕਹਿੰਦੇ ਹੋ ਜੀ ਭਾਈ ਸਾਹਿਬ? ਅਸੀਂ ਸਾਰਾ ਕੁਝ ਠੀਕ ਕਹਿੰਦੇ ਆ, ਤੁਸੀਂ ਵਿਰਕ ਸਾਹਿਬ ਤੇ ਗਲਤ ਬਲੇਮ ਲਾਉਂਦੇ ਜੀ। ਹਾਂ ਦੱਸੋ, ਤੁਸੀਂ ਦੱਸੋ ਕੀ ਕਹਿੰਦੇ ਜੀ, ਵੀ ਕਿਉਂ ਨਹੀਂ ਗਏ? ਮੈਂ ਮਤਲਬ ਇਹ ਪੁੱਛਣਾ ਚਾਹੁੰਦਾ ਵੀ ਪਰਸਨਲ ਕੰਮ ਹੋ ਸਕਦਾ ਵਾ, ਠੀਕ ਹੈ। ਮੈਂ ਤੁਸੀਂ ਵੇਖਿਆ ਪਰਿਵਾਰਾਂ ਨੂੰ ਨਹੀਂ ਮਿਲਿਆ, ਨਹੀਂ ਆਏ, ਉਹ ਦਿਨ ਰਾਤ ਇਸ ਪਰਿਵਾਰ ਨਾਲ ਖੜੇ ਨੇ, ਆਉਂਦੇ ਵੀ ਨੇ, ਜਾਂਦੇ ਵੀ ਨੇ। ਅੱਜ ਤਾਂ ਨਹੀਂ ਮਿਲੇ ਮੈਨੂੰ, ਅੱਜ ਨਹੀਂ ਆਏ, ਅੱਜ ਕੋਈ ਕੰਮ ਬੰਦੇ ਨੂੰ ਆਦਾ ਨਿੱਜੀ ਕੰਮ ਵੀ ਹੋ ਸਕਦਾ ਵਾ। ਕਿਹੜਾ ਕੰਮ ਯਾਰ ਕੰਮ ਮੈਨੂੰ ਪੁੱਛ ਕੇ ਜਾਂ ਤੁਹਾਨੂੰ ਪੁੱਛ ਕੇ ਤੁਹਾਡਾ ਕੰਮ ਥੋੜੀ ਹੁੰਦਾ। ਜਾਂ ਮੈਨੂੰ ਪਹੁੰਚਦੇ ਆ ਰਿਹਾ ਨਾ, ਉਹ ਜੀਂਦ ਪਹੁੰਚੇ ਹੋਏ ਨੇ, ਜੀਂਦ ਉੱਥੇ ਜਾ ਕੇ ਫੰਕਸ਼ਨ ਕਰ ਰਹੇ ਨੇ। ਫੰਕਸ਼ਨ ਜ਼ਰੂਰੀ ਵੀ ਹੁੰਦੇ ਆ, ਬਰਸੀਆਂ ਤੇ ਵੀ ਆਉਂਦੇ ਰਹੇ, ਪਿਛਲੀ ਬਰਸੀ ਨਹੀਂ ਆਏ, ਦੱਸੋ ਨਹੀਂ ਆਏ ਤੇ ਮਤਲਬ ਤੁਹਾਡੇ ਸਾਹਮਣੇ ਠੀਕ ਆ। ਹਾਂ ਉਹ ਠੀਕ ਨੇ। ਕਿਹੜੀ ਰਾਜਨੀਤੀ ਕੀਤੀ ਆ ਲੋਕਾਂ ਨੇ? ਬੀਜੇਪੀ ਨੂੰ ਵੋਟਾਂ ਪਾ ਕੇ ਕੀ ਕੀਤਾ ਦੱਸੋ? ਜਾਂ ਦੱਸੋ ਨਾ, ਆਪਣਾ ਇੱਥੋਂ ਜਿੱਤਿਆ ਹੋਇਆ ਐਮਐਲਏ ਆਪਣਾ, ਆਪਾਂ ਸ਼ਹੀਦੀ ਯਾਦ ਰੱਖਦੇ ਆ, ਵੋਟਾਂ ਪਾਈਆਂ ਆਪਾਂ ਬੀਜੇਪੀ ਨੂੰ। ਇੱਕ ਨੀਤ ਅੱਛਾ ਕਿਹੜੀ ਕਾਲ ਸੀਗੀ ਤੇਜਿੰਦਰ ਦੀ? ਤੁਸੀਂ ਲਖੀਮਪੁਰ ਦਾ ਕਹਿਤਾ ਵੀ ਤੇਜਿੰਦਰ ਸਿੰਘ ਦੀ ਕਾਲ ਲਖੀਮਪੁਰ ਦੀ ਸੀਗੀ। ਕਿਹਦੀ ਕਾਲ ਸੀ? ਨਹੀਂ ਕਿਹਦੀ ਕਾਲ ਸੀ ਉਹ? ਤੁਸੀਂ ਦੱਸੋ, ਵਿਖਾਓ। ਨਹੀਂ ਮੈਂ ਪੁੱਛਣਾ ਚਾਹੁੰਦਾ ਕਿਹਦੀ ਕਾਲ ਸੀ? ਤੇਜਿੰਦਰ ਸਿੰਘ ਦੀ ਨਹੀਂ, ਚਲੋ ਕਿਹਦੀ? ਉਹ ਜਸਵੀਰ ਵਿਰਕ ਦੀ ਸੀਗੀ ਕਾਲ।
ਅੱਛਾ ਜੀ ਚਲੋ ਜੀ ਇਹ ਵੀ ਬਹੁਤ ਨਵੀਂ ਜਾਣਕਾਰੀ ਦਿੱਤੀ ਹੈ ਜਸਵੀਰ ਸਿੰਘ ਵਿਰਕ ਦੀ ਹੀ। ਉਹਨਾਂ ਦੀ ਕਾਲ ਸੀਗੀ। ਅੱਛਾ, ਉਹ ਉੱਥੇ ਗਏ, ਇਹਨਾਂ ਨੇ ਕੀ ਸ਼ਹੀਦ ਕਰਵਾਤਾ, ਤਜਿੰਦਰ ਵਿਰਕ ਨੇ ਕੀ ਸ਼ਹੀਦ ਕਰਵਾਤਾ। ਜਸਵੀਰ ਸਿੰਘ ਵਿਰਕ ਦੀ ਇਹ ਕਾਲ ਸੀ। ਹਾਂ, ਉੱਥੇ ਕਾਲ ਇਕੱਠੇ ਹੋਣੇ ਉਹਨਾਂ ਦੀ ਸੀਗੀ। ਚਲੋ ਜਸਵੀਰ ਸਿੰਘ ਵਿਰਕ ਕੋ ਪੁੱਛ ਲਾਂਗੇ ਵੀ ਜਸਵੀਰ ਸਿੰਘ ਵਿਰਕ ਆਪ ਕਿਉਂ ਨਹੀਂ ਪਹੁੰਚਾ। ਆਪ ਕਿਉਂ ਨਹੀਂ, ਉਹਨੂੰ ਪੁੱਛੋ। ਤਜਿੰਦਰ ਸਿੰਘ ਪਹੁੰਚ ਗਿਆ, ਜਸਵੀਰ ਸਿੰਘ ਵਿਰਕ ਕਿਉਂ ਨਹੀਂ ਪਹੁੰਚਾ। ਇਹ ਉਹਨਾਂ ਨੂੰ ਪੁੱਛ ਸਕਦੇ। ਬਿਲਕੁਲ ਪੁੱਛਾਂਗੇ, ਆਮ ਬੰਦੇ ਨੂੰ ਪੁੱਛੋਗੇ ਜਾਂ ਉਹਨਾਂ ਨੂੰ ਪੁੱਛੋਗੇ ਜਿਹੜੇ ਬੰਦੇ। ਜਸਵੀਰ ਸਿੰਘ ਵਿਰਕ ਨੂੰ ਮੈਂ ਪੁੱਛਾਂਗਾ ਵੀ ਤੁਸੀਂ ਕਾਲ ਦੇ ਕੇ ਤੁਸੀਂ ਨਹੀਂ ਪਹੁੰਚੇ ਉੱਥੇ, ਠੀਕ ਹੈ ਜੀ। ਤਜਿੰਦਰ ਸਿੰਘ ਵਿਰਕ ਪਹੁੰਚ ਗਿਆ। ਤਜਿੰਦਰ ਸਿੰਘ ਦੇ ਨਾਲ ਦੇ ਗੁਰਜੀਤ ਸਿੰਘ ਪਹੁੰਚੇ ਨੇ, ਉਹਨਾਂ ਕੋਲ ਪੁੱਛਨੇ ਆਉਣਾ। ਉਹਨਾਂ ਦੇ ਬੇਟੇ ਪਹੁੰਚੇ ਨੇ, ਅਸੀਂ ਖੁਦ ਉਹਨਾਂ ਦੇ ਨਾਲ ਦੇ ਅਸੀਂ ਪਹੁੰਚੇ ਹਾਂ, ਸਾਰੇ ਪਹੁੰਚਣਗੇ। ਬਹੁਤ ਵਧੀਆ, ਠੀਕ ਹੈ। ਪਰ ਤਜਿੰਦਰ ਸਿੰਘ ਵਿਰਕ ਨਹੀਂ ਨਜ਼ਰ ਆ ਰਹੇ ਸਵਾਲ, ਠੀਕ ਹੈ। ਔਰ ਸੰਯੁਕਤ ਮੋਰਚੇ ਦਾ ਕੋਈ ਵੀ ਨੇਤਾ ਨਹੀਂ ਨਜ਼ਰ ਆ ਰਿਹਾ। ਮੋਰਚਾ ਨਹੀਂ ਆ ਰਿਹਾ, ਉਹਨਾਂ ਨੂੰ ਪੁੱਛੋ ਕਿਉਂ। ਹਾਂ, ਤਜਿੰਦਰ ਸਿੰਘ ਵਿਰਕ ਵੀ ਸੰਯੁਕਤ ਮੋਰਚੇ ਦਾ ਹਿੱਸਾ ਹੀ ਹੈ ਨਾ। ਹਾਂ, ਮੈਂ ਕਦੋਂ ਕਹਿੰਦਾ ਉਹ ਕੋਈ ਆਗੂ ਨਹੀਂ ਨਜ਼ਰ ਆਇਆ। ਗੁਰਜੀਤ ਸਿੰਘ ਸਾਡੇ ਨਾਲ ਚੀਮਾ ਸਾਹਿਬ ਨੇ ਪਹੁੰਚੇ ਨੇ, ਇਹਨਾਂ ਨਾਲ ਬਾਤ ਕਰਨੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਹੋਣ ਡਈ ਵੀ ਕਿਸਾਨ ਆਗੂਆਂ ਦੇ ਉੱਤੇ ਗੱਲ ਕਰਨਾ ਹੈ ਵੀ ਆ ਸ਼ਹੀਦੀ, ਸਾਡਾ ਬੱਚਾ ਇੱਥੋਂ ਸ਼ਹੀਦ ਹੋਇਆ, ਠੀਕ ਹੈ ਜੀ। ਕਿਸਾਨ ਆਗੂਆਂ ਦੇ ਨਾਲ ਲੱਗ ਕੇ ਹੀ ਨੌਜਵਾਨ ਪਹੁੰਚੇ ਸਨ, ਪਰ ਕਿਸਾਨ ਆਗੂ ਇੱਥੇ ਨਜ਼ਰ ਨਹੀਂ ਆ ਰਹੇ, ਠੀਕ ਹੈ ਜੀ। ਸਾਡਾ ਮੇਨ ਇੱਥੇ ਆਗੂ ਜਿਹੜਾ ਵਾ ਤਰਾਈ ਦਾ ਮੰਨਿਆ ਜਾਂਦਾ ਤਜਿੰਦਰ ਸਿੰਘ ਵਿਰਕ, ਉਹ ਵੀ ਨਜ਼ਰ ਨਹੀਂ ਆ ਰਿਹਾ। ਉਹਦਾ ਕੀ ਕਾਰਨ ਹੈ? ਉਹ ਅੱਜ ਉੱਥੇ ਜੀਨ ਦੇ ਵਿੱਚ ਰੈਲੀ ਰੱਖੀ ਹੋਈ ਸੀ ਤੇ ਉੱਥੇ ਪਹੁੰਚੇ ਹੋਏ। ਉੱਥੇ ਜਾ ਕੇ ਰੈਲੀ ਰੱਖਣੀ ਜ਼ਰੂਰੀ ਸੀ ਜਾਂ ਆਪਣੇ ਇੱਥੇ ਏਰੀਆ ਦੇ ਵਿੱਚ? ਸੰਯੁਕਤ ਮੋਰਚੇ ਦੀ ਜਿਹੜਾ ਵੀ ਸੀ ਉਹਦੇ ਵਿੱਚ ਉਹਨਾਂ ਨੇ ਉਹਦੇ 'ਚ ਕੀਤਾ ਤੇ ਉਹ ਇਹਨਾਂ ਨਾਲ ਸਲਾਹਬਾਤ ਕਰਕੇ ਪਰਸੋਂ ਇਹਨਾਂ ਨਾਲ ਮਿਲ ਕੇ ਗਏ ਨੇ, ਹੋ ਕੇ ਗਏ ਨੇ ਸਾਹਿਬ ਸਿੰਘ ਨਾਲ, ਤੇ ਉੱਥੇ ਵੀ ਬਾਹਰ ਵੀ ਕਿਤੇ ਮੁਲਾਕਾਤ ਹੋਈ ਸੀ। ਉਹਨਾਂ ਨੂੰ ਦੱਸ ਕੇ ਤੇ ਫਿਰ ਪ੍ਰੋਗਰਾਮ ਉੱਥੇ ਸੀ ਉਲੀਕਿਆ ਤੇ ਦੱਸ ਕੇ ਗਏ ਨੇ। ਪਰ ਇੱਥੇ ਜ਼ਰੂਰੀ ਨਹੀਂ ਸਮਝਿਆ ਵੀ ਇੱਥੇ ਵੀ ਕਰਨਾ ਚਾਹੀਦਾ ਪ੍ਰੋਗਰਾਮ ਇੱਥੇ, ਕਿਉਂਕਿ ਇੱਥੇ ਜ਼ਰੂਰੀ ਆ। ਭਾਈਆਂ ਉਹਨਾਂ ਨੇ ਸਭ ਨੂੰ ਆਖ ਕੇ ਗਏ ਨੇ, ਸਾਰੇ ਦੂਜੇ ਆਪਣੇ ਵਰਕਰਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਸੁਣਾ ਦਿੱਤੇ ਨੇ ਕਿ ਤੁਸੀਂ ਉੱਥੇ ਪਹੁੰਚਣਾ, ਤੇ ਸਾਰੇ ਹੌਲੀ ਹੌਲੀ ਪਹੁੰਚਣ ਦੇ ਨੇ। ਸਾਰੇ ਹੌਲੀ ਹੌਲੀ ਪਹੁੰਚਣ ਦੇ। ਚਲੋ, ਬਾਕੀ ਸੰਯੁਕਤ ਮੋਰਚੇ ਵੱਲੋਂ ਹੋਰ ਕੋਈ ਨਹੀਂ ਪਹੁੰਚਾ ਇੱਥੇ? ਇਹ ਸੰਯੁਕਤ ਮੋਰਚੇ ਵਾਲਿਆਂ ਨੂੰ ਪਤਾ ਹੋਏ ਇਸ ਗੱਲ ਦਾ। ਹੁਣ ਸਾਡੀ ਸਹੀ ਹੋ ਗਏ ਹਿੱਸਾ ਤੇ ਸੀ ਹੈ ਹੀ ਆ, ਤੁਹਾਡੇ ਵਰਗੇ ਤੁਹਾਡੇ ਨਾਲ ਦੇ ਹੀ ਆ ਕਿਹੜੇ ਉੱਤੇ। ਚਲੋ ਜੀ, ਠੀਕ ਆ ਜੀ, ਇਹ ਧੰਨਵਾਦ ਆ ਵੀ ਇਹ ਕਿਹਾ ਜਾ ਰਿਹਾ ਵੀ ਉਹ ਦੱਸ ਕੇ ਗਏ ਨੇ, ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ, ਇਹ ਵੀ ਕਿਹਾ ਜਾ ਰਿਹਾ ਤਾਂ ਨਹੀਂ ਆਏ। ਪਰ ਮੈਂ ਇਹ ਕਹਿੰਦਾ ਵੀ ਜਦੋਂ ਘਰ ਪ੍ਰੋਗਰਾਮ ਹੋਏ, ਘਰੋਂ ਛੱਡ ਕੇ ਸੰਯੁਕਤ ਮੋਰਚੇ ਦਾ ਉੱਥੇ ਜਾ ਕੇ ਪ੍ਰੋਗਰਾਮ ਕਰਨਾ ਜੀਨ ਦੇ ਵਿੱਚ, ਹਰਿਆਣੇ ਦੇ ਵਿੱਚ, ਇਹ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਔਰ ਮੈਂ ਇਹਨੂੰ ਨਹੀਂ ਮੰਨਦਾ, ਠੀਕ ਹੈ ਜੀ। ਇੱਥੇ ਪਰਿਵਾਰ ਦੇ ਨਾਲ ਖਲੋਣਾ ਚਾਹੀਦਾ, ਸੰਯੁਕਤ ਮੋਰਚੇ ਦੇ ਆਗੂਆਂ ਨੂੰ ਸਾਰਿਆਂ ਨੂੰ ਖਲੋਣਾ ਚਾਹੀਦਾ ਇੱਥੇ ਆਣ ਕੇ, ਠੀਕ ਹੈ ਜੀ। ਆਉਣਾ ਚਾਹੀਦਾ। ਸ਼ਹੀਦ ਆ, ਠੀਕ ਹੈ ਜੀ, ਕਿਸਾਨੀ ਦਾ ਸ਼ਹੀਦ ਆ, ਪਹਿਲਾ ਸ਼ਹੀਦ ਆ, ਸਾਡਾ ਬੱਚਾ ਸ਼ਹੀਦ ਹੋਇਆ। ਉਹ ਪਰਿਵਾਰ ਦੇ ਵਿੱਚ ਹੁਣ ਸਮਝ ਲਓ ਵੀ ਕੱਲਾ ਹੀ ਮਾਂ ਦਾ ਪੁੱਤ, ਪਿਓ ਦਾ ਪੁੱਤ, ਠੀਕ ਹੈ ਜੀ, ਉਹ ਸ਼ਹੀਦ ਹੋ ਗਿਆ। ਪਰ ਹੁਣ ਅੱਜ ਰਾਜਨੀਤੀ ਹੋਣ ਡਈ ਆ, ਗਲਤ ਗੱਲ ਆ। ਧੰਨਵਾਦ ਜੀ, ਤੁਸੀਂ ਵੇਖ ਰਹੇ ਹੋ ਕੁਐਸਚਨ TV। ਮੈਂ ਹਾਂ ਬਘੇਲ ਸਿੰਘ ਕਾਲੋਂ।